ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲੀ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਰਹਿ ਰਹੇ ਭਾਰਤੀਆਂ ਲਈ ਅਲਰਟ ਹੋਇਆ ਜਾ ਰਹੀ ਹੈ, ਜੇ ਕੀਤੀ ਗਲਤੀ ਤਾਂ ਹੋ ਜਾਓਗੇ ਡਿਪੋਰਟ। ਰੈਸੀਪ੍ਰੋਕਲ ਟੈਰਿਫ ਨੂੰ ਲੈ ਕੇ ਨਰਮ ਹੋਈ ਟਰੰਪ ਸਰਕਾਰ। ਟਰੰਪ ਦੇ ਦਰਬਾਰ ਦੇ ਵਿੱਚ ਪਹਿਲਾ ਸਿਆਸੀ ਧਮਾਕਾ, ਐਲੋਨ ਮਸਕ ਨੂੰ ਕੀਤਾ ਬਾਹਰ। 7 ਸਾਲ ਦੀ ਕੈਦ ਤੇ 10 ਲੱਖ ਜੁਰਮਾਨਾ, ਇਹਨਾਂ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਤਿਆਰੀ 'ਚ ਭਾਰਤ ਸਰਕਾਰ। ਟਰੰਪ ਵੱਲੋਂ ਕਈ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੀ ਤਿਆਰੀ। ਹੁਣ ਪੈਂਗੁਇਨਸ ਤੇ ਵੀ ਲਗਾਇਆ ਟੈਰਿਫ, ਟਰੰਪ ਦੀ ਹੋ ਰਹੀ ਆਲੋਚਨਾ। ਹੁਣ ਇਹਨਾਂ ਖਬਰਾਂ ਦਾ ਵਿਸਤਾਰ, ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਸੋਸ਼ਲ ਮੀਡੀਆ ਹਰ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਅੱਜ ਅਹਿਮ ਹਿੱਸਾ ਬਣ ਚੁੱਕਿਆ ਹੈ, ਪਰ ਅਮਰੀਕਾ 'ਚ ਰਹਿਣ ਵਾਲੇ ਭਾਰਤੀ ਅਤੇ ਹੋਰ ਵਿਦੇਸ਼ੀ ਵਿਦਿਆਰਥੀਆਂ ਨੂੰ ਇਸ ਦੀ ਵਰਤੋਂ ਕਰਨਾ ਮੁਸ਼ਕਿਲ ਹੋ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਯਾਨੀ DOS ਅਜਿਹੇ ਵਿਦਿਆਰਥੀਆਂ ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਜੋ ਪੜ੍ਹਾਈ ਦੀ ਆੜ 'ਚ ਸੋਸ਼ਲ ਮੀਡੀਆ ਤੇ ਸਿਆਸੀ ਗਤੀਵਿਧੀਆਂ 'ਚ ਸ਼ਾਮਲ ਹਨ। ਦੋਸ਼ੀ ਪਾਏ ਜਾਣ ਤੇ ਅਜਿਹੇ ਵਿਦਿਆਰਥੀਆਂ ਦੇ ਵੀਜ਼ੇ ਵੀ ਰੱਦ ਕੀਤੇ ਜਾ ਰਹੇ ਹਨ। ਸਥਿਤੀ ਇਹ ਹੈ ਕਿ ਜੇਕਰ ਕੋਈ ਵਿਦਿਆਰਥੀ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰਨ ਤੋਂ ਇਲਾਵਾ ਉਸ ਤੇ ਕਮੈਂਟ ਵੀ ਕਰਦਾ ਹੈ ਤਾਂ ਉਸ ਨੂੰ ਵੀ ਸਿਆਸੀ ਗਤੀਵਿਧੀ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਵੀਜ਼ਾ ਰੱਦ ਹੋ ਜਾਂਦਾ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਜਿਹੇ ਮਾਮਲੇ 'ਚ ਕਾਰਵਾਈ ਤੇਜ਼ ਹੋ ਗਈ ਹੈ, ਜਿਸ ਕਾਰਨ ਦੇਸ਼ ਨਿਕਾਲੇ 'ਚ ਵਾਧਾ ਹੋਇਆ ਹੈ। ਲੋਕਾਂ ਨੇ ਹੁਣ ਬੋਲਣ ਦੀ ਆਜ਼ਾਦੀ ਅਤੇ ਕਾਨੂੰਨੀ ਪ੍ਰਕਿਰਿਆਵਾਂ ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਅਮਰੀਕੀ ਸਰਕਾਰ ਵਿਦਿਅਕ ਅਦਾਰਿਆਂ ਤੇ ਵੀ ਨਜ਼ਰ ਰੱਖ ਰਹੀ ਹੈ। ਸੋਸ਼ਲ ਮੀਡੀਆ ਤੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜੇਕਰ ਅਜਿਹੇ ਲੋਕ ਫੜੇ ਜਾਂਦੇ ਹਨ ਤਾਂ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ। ਸੈਂਕੜੇ ਅਜਿਹੇ ਵਿਦਿਆਰਥੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਵਿਦੇਸ਼ ਮੰਤਰਾਲੇ ਵੱਲੋਂ ਈਮੇਲ ਜਾਰੀ ਕਰਕੇ ਅਮਰੀਕਾ ਛੱਡਣ ਲਈ ਕਿਹਾ ਗਿਆ ਹੈ। ਇਹਨਾਂ ਵਿੱਚ ਕਈ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਕੈਂਪਸ 'ਚ ਪ੍ਰਦਰਸ਼ਨ ਕਰਨ ਵਾਲਿਆਂ ਤੇ ਹੀ ਕਾਰਵਾਈ ਕੀਤੀ ਜਾ ਰਹੀ ਸੀ, ਪਰ ਹੁਣ ਸਰਕਾਰ ਸੋਸ਼ਲ ਮੀਡੀਆ ਤੇ ਵੀ ਵਿਰੋਧੀਆਂ ਦੀ ਪਛਾਣ ਕਰ ਰਹੀ ਹੈ। ਦਰਅਸਲ ਵੀਜ਼ਾ ਨਿਗਰਾਨੀ ਪ੍ਰਕਿਰਿਆ ਲਈ ਸਰਕਾਰ AI ਦੁਆਰਾ ਸ਼ੱਕੀ ਵਿਦਿਆਰਥੀਆਂ ਨੂੰ ਸਕੈਨ ਕਰ ਰਹੀ ਹੈ। ਜੇਕਰ ਪ੍ਰੋਫਾਈਲ ਵਿੱਚ ਕੋਈ ਸ਼ੱਕੀ ਸਮੱਗਰੀ ਪਾਈ ਜਾਂਦੀ ਹੈ ਤਾਂ ਵੀਜ਼ਾ ਨਹੀਂ ਦਿੱਤਾ ਜਾਵੇਗਾ। ਰਿਪੋਰਟਾਂ ਮੁਤਾਬਕ 2023 ਤੇ 24 ਦੌਰਾਨ ਅਮਰੀਕਾ 'ਚ 11 ਲੱਖ ਵਿਦੇਸ਼ੀ ਵਿਦਿਆਰਥੀ ਪੜ੍ਹਨ ਲਈ ਆਏ ਸਨ, ਜਿਨ੍ਹਾਂ 'ਚੋਂ ਭਾਰਤੀਆਂ ਦੀ ਗਿਣਤੀ 3,31,000 ਸੀ। ਸੋਸ਼ਲ ਮੀਡੀਆ ਤੇ ਨਜ਼ਰ ਰੱਖਣ ਲਈ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਕੈਚ ਐਂਡ ਰਿਵੋਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੂਤਰਾਂ ਅਨੁਸਾਰ 3 ਹਫ਼ਤਿਆਂ ਵਿੱਚ 300 ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ। ਜੇਕਰ ਕੋਈ ਵਿਦਿਆਰਥੀ ਅੱਤਵਾਦੀ ਸੰਗਠਨਾਂ ਦਾ ਸਮਰਥਨ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਇੱਕ ਨੋਟਿਸ ਵੀ ਜਾਰੀ ਕੀਤਾ ਜਾਂਦਾ ਹੈ, ਜਿਸ ਵਿੱਚ ਸੰਬੰਧਿਤ ਵਿਦਿਆਰਥੀ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਬੀਤੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੈਸੀਪ੍ਰੋਕਲ ਟੈਰਿਫ ਲਗਾਏ ਜਾਣ ਦੇ ਐਲਾਨ ਦੇ ਨਾਲ ਦੁਨੀਆ ਭਰ ਦੇ ਦੇਸ਼ਾਂ 'ਚ ਹਾਹਾਕਾਰ ਮਚ ਗਈ ਹੈ। ਇਹ ਟੈਰਿਫ ਸਭ ਤੋਂ ਵੱਧ ਵੀਅਤਨਾਮ ਜਿੱਥੇ ਕਿ 46%, ਤਾਈਵਾਨ 32% ਤੇ ਚੀਨ 34% ਜਿਹੇ ਦੇਸ਼ਾਂ ਤੇ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਟਰੰਪ ਨੇ ਭਾਰਤ ਤੇ ਵੀ 26% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਹੁਣ ਜਦੋਂ ਤਕਰੀਬਨ ਸਾਰੇ ਦੇਸ਼ ਇਸ ਟੈਰਿਫ ਦੀ ਆਲੋਚਨਾ ਕਰ ਰਹੇ ਹਨ ਤਾਂ ਟਰੰਪ ਨੇ ਇਸ ਮਾਮਲੇ 'ਚ ਨਰਮੀ ਦਿਖਾਉਂਦੇ ਹੋਏ ਕਿਹਾ ਕਿ ਉਹ ਹੁਣ ਬਾਕੀ ਦੇਸ਼ਾਂ ਨਾਲ ਟੈਰਿਫ ਬਾਰੇ ਗੱਲਬਾਤ ਕਰਨ ਲਈ ਤਿਆਰ ਹਨ, ਜਦਕਿ ਵਾਈਟ ਹਾਊਸ ਅਧਿਕਾਰੀਆਂ ਨੇ ਕਿਹਾ ਸੀ ਕਿ ਇਨ੍ਹਾਂ ਟੈਰਿਫਾਂ 'ਚ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ। ਜ਼ਿਕਰਯੋਗ ਹੈ ਕਿ ਟਰੰਪ ਦੇ ਟੈਰਿਫ ਐਲਾਨ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਦੀਆਂ ਸ਼ੇਅਰ ਮਾਰਕੀਟਸ ਢਹਿ-ਢੇਰੀ ਹੋ ਗਈਆਂ ਹਨ। ਇੱਥੋਂ ਤੱਕ ਕਿ ਪੂਰੀ ਦੁਨੀਆ ਦੇ ਟੈਰਿਫ ਲਗਾਉਣ ਵਾਲੇ ਅਮਰੀਕਾ ਦੇ ਡਾਊ ਜੋਨਸ, ਨੈਸਡੈਕ ਤੇ SDP 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਅਮਰੀਕਾ ਸਰਕਾਰ ਨੇ ਗੱਲਬਾਤ ਰਾਹੀਂ ਇਸ ਟੈਰਿਫ ਬਾਰੇ ਕੋਈ ਹੱਲ ਕੱਢਣ ਦਾ ਤਰੀਕਾ ਅਪਣਾਉਣ ਦਾ ਫੈਸਲਾ ਕੀਤਾ ਹੈ। ਜੇਕਰ ਅਮਰੀਕਾ ਦੇ ਰਾਸ਼ਟਰਪਤੀ ਗੱਲਬਾਤ ਰਾਹੀਂ ਕੋਈ ਵਿਚਕਾਰਲਾ ਰਸਤਾ ਕੱਢਣ ਲਈ ਤਿਆਰ ਹਨ ਤਾਂ ਹੋ ਸਕਦਾ ਹੈ ਕਿ ਭਾਰਤ ਸਣੇ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਇਸ 'ਚ ਰਾਹਤ ਮਿਲ ਜਾਵੇਗੀ, ਕਿਉਂਕਿ ਭਾਰਤੀ ਪ੍ਰਧਾਨ ਮੰਤਰੀ ਟਰੰਪ ਦੇ ਚੰਗੇ ਦੋਸਤ ਹਨ ਤੇ ਟਰੰਪ ਬਾਕੀ ਦੇਸ਼ਾਂ ਨਾਲ ਵੀ ਆਪਣੇ ਸਬੰਧ ਖਰਾਬ ਨਹੀਂ ਕਰਨਾ ਚਾਹੁੰਦੇ।
ਡੋਨਲਡ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਅਮਰੀਕਾ ਵਿੱਚ ਪਹਿਲਾ ਸਿਆਸੀ ਧਮਾਕਾ ਹੋ ਚੁੱਕਿਆ ਹੈ। ਜੀ ਹਾਂ, ਰਾਸ਼ਟਰਪਤੀ ਦੀ ਸੱਜੀ ਬਾਹ ਮੰਨੇ ਜਾ ਰਹੇ ਐਲੋਨ ਮਸਕ ਦੀ ਛੁੱਟੀ ਕਰ ਦਿੱਤੀ ਗਈ ਹੈ ਅਤੇ ਹੁਣ ਉਹ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੀ ਬਜਾਏ ਆਪਣਾ ਕਾਰੋਬਾਰ ਸੰਭਾਲਣ ਵੱਲ ਧਿਆਨ ਕੇਂਦਰਿਤ ਕਰਨਗੇ। ਪੋਲੀਟਿਕੋ ਦੀ ਰਿਪੋਰਟ ਵਿੱਚ ਟਰੰਪ ਦਰਬਾਰ ਦੇ 4 ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਮਸਕ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੇ ਹਨ ਅਤੇ ਕਈ ਮੰਤਰੀਆਂ ਸਣੇ ਚੋਟੀ ਦੇ ਅਫਸਰਾਂ ਨਾਲ ਖਹਿਬਾਜ਼ੀ ਲਗਾਤਾਰ ਵੱਧਦੀ ਜਾ ਰਹੀ ਹੈ। ਮਸਕ ਦਾ ਤਾਜ਼ਾ ਵਿਵਾਦ ਵਾਈਟ ਹਾਊਸ ਦੀ ਚੀਫ ਆਫ ਸਟਾਫ ਸੂਜ਼ੀ ਨਾਲ ਸਾਹਮਣੇ ਆਇਆ ਹੈ। ਮੰਨਿਆ ਜਾ ਰਿਹਾ ਹੈ ਕਿ ਪੋਲੀਟਿਕੋ ਦੀ ਰਿਪੋਰਟ ਸੂਜ਼ੀ ਹਵਾਇਲਸ ਦੇ ਇਸ਼ਾਰੇ ਤੇ ਪ੍ਰਕਾਸ਼ਿਤ ਕੀਤੀ ਗਈ ਹੋ ਸਕਦੀ ਹੈ ਕਿਉਂਕਿ ਉਹ ਆਪਣੇ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ। ਸਿਆਸਤ ਦੇ ਜਾਣਕਾਰ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਜ਼ਰ ਆਉਂਦੇ ਹਨ ਕਿ ਐਲੋਨ ਮਸਕ ਦਾ ਟਰੰਪ ਨੂੰ ਫਾਇਦਾ ਘੱਟ ਅਤੇ ਨੁਕਸਾਨ ਵੱਧ ਹੋ ਰਿਹਾ ਹੈ। ਪਿਛਲੇ ਦਿਨੀ ਵਿਸਕਾਂਸਿਨ ਦੀ ਸੁਪਰੀਮ ਕੋਰਟ ਲਈ ਮਸਕ ਦੀ ਹਮਾਇਤ ਹਾਸਲ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਟਰੰਪ ਇਸ ਨਤੀਜੇ ਤੋਂ ਬੇहद ਮਾਯੂਸ ਹਨ। ਐਲੋਨ ਮਸਕ ਜਿੱਥੇ ਸਿਆਸੀ ਦੁਸ਼ਮਣੀਆਂ ਪੈਦਾ ਕਰ ਰਹੇ ਹਨ, ਉੱਥੇ ਉਹਨਾਂ ਦੇ ਕੰਮ ਕਰਨ ਦੇ ਤੌਰ ਤਰੀਕੇ ਪੂਰੇ ਮੁਲਕ ਵਿੱਚ ਰੋਸ ਮੁਜ਼ਾਹਰਿਆਂ ਦਾ ਕਾਰਨ ਵੀ ਬਣ ਰਹੇ ਹਨ। ਮਸਕ ਨੂੰ ਸਿਰਫ ਸਿਆਸੀ ਵਿਰੋਧ ਬਰਦਾਸ਼ਤ ਨਹੀਂ ਕਰਨਾ ਪੈ ਰਿਹਾ, ਸਗੋਂ ਟੈਸਲਾ ਵਿੱਚ ਨਿਵੇਸ਼ ਕਰਨ ਵਾਲੇ ਸਰਮਾਏਦਾਰ ਵੀ ਚਾਹੁੰਦੇ ਹਨ ਕਿ ਉਹ ਸਿਆਸੀ ਰਾਜ ਛੱਡ ਦੇਣ ਅਤੇ ਆਪਣੇ ਕਾਰੋਬਾਰ ਵੱਲ ਧਿਆਨ ਕੇਂਦਰਿਤ ਕਰਨ। ਡੋਜ਼ ਵੱਲੋਂ ਕੀਤੇ ਜਾ ਰਹੇ ਕੰਮਾਂ ਕਰਕੇ ਹੀ ਟੈਸਲਾ ਦੇ ਸ਼ੇਅਰਸ ਦੀ ਕੀਮਤ ਲਗਾਤਾਰ ਡਿੱਗਦੀ ਜਾ ਰਹੀ ਹੈ ਅਤੇ ਨਿਊਯਾਰਕ ਦੇ ਇੱਕ ਪੈਨਸ਼ਨ ਫੰਡ ਵੱਲੋਂ ਟੈਸਲਾ ਵਿਰੁੱਧ ਮੁਕੱਦਮਾ ਦਾਇਰ ਕਰਨ ਦੀ ਧਮਕੀ ਵੀ ਦਿੱਤੀ ਗਈ। ਦੂਜੇ ਪਾਸੇ ਟਰੰਪ ਸਰਕਾਰ ਨਾਲ ਸੰਬੰਧਿਤ ਕੁਝ ਸੂਤਰਾਂ ਵੱਲੋਂ ਮਸਕ ਦੀ ਛੁੱਟੀ ਬਾਰੇ ਰਿਪੋਰਟ ਨੂੰ ਕੋਰੀ ਗੱਪ ਦੱਸਿਆ ਜਾ ਰਿਹਾ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਟਿੱਪਣੀ ਕਰਦਿਆਂ ਕਿਹਾ ਕਿ ਮਸਕ ਬਾਰੇ ਰਿਪੋਰਟ ਰੱਦੀ ਦੇ ਟੁਕੜੇ ਤੋਂ ਜ਼ਿਆਦਾ ਕੁਝ ਨਹੀਂ ਹੈ। ਮਸਕ ਵੱਲੋਂ ਕੈਰੋਲਾਈਨ ਦੀ ਟਿੱਪਣੀ ਨੂੰ ਰੀਟਵੀਟ ਕਰਦਿਆਂ ਰਿਪੋਰਟ ਨੂੰ ਝੂਠੀ ਖਬਰ ਦੱਸਿਆ ਜਾ ਰਿਹਾ ਹੈ। ਉਧਰ ਐਲੋਨ ਮਸਕ ਦੇ ਪਿਤਾ ਐਰਲ ਮਸਕ ਨੇ ਕਿਹਾ ਕਿ ਆਪਣੀ ਜ਼ਿੰਮੇਵਾਰੀ ਪੂਰੇ ਕੀਤੇ ਬਗੈਰ ਉਹਨਾਂ ਦਾ ਬੇਟਾ ਡੋਜ਼ ਛੱਡ ਕੇ ਨਹੀਂ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਹਮਣੇ ਐਲੋਨ ਮਸਕ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਰਮਿਆਨ ਤੂ ਮੈਂ ਹੋਣ ਦੀ ਰਿਪੋਰਟ ਸਾਹਮਣੇ ਆਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮਸਕ ਅਤੇ ਰੂਬੀਓ ਸਟਾਫ ਵਿੱਚ ਕਟੌਤੀ ਦੇ ਮਸਲੇ ਤੇ ਭਿੜੇ ਅਤੇ ਡੋਜ਼ ਦੇ ਮੁਖੀ ਨੇ ਵਿਦੇਸ਼ ਮੰਤਰੀ ਤੇ ਦੋਸ਼ ਲਾਇਆ ਕਿ ਉਹ ਆਪਣੇ ਵਿਭਾਗ ਦਾ ਸਟਾਫ ਘਟਾਉਣ ਵਿੱਚ ਅਸਫਲ ਰਹੇ। ਇਸ ਦੇ ਜਵਾਬ ਵਿੱਚ ਰੂਬੀਓ ਨੇ ਮਸਕ ਤੇ ਕੋਰਾ ਝੂਠ ਬੋਲਣ ਦਾ ਦੋਸ਼ ਲਗਾਇਆ। ਰੂਬੀਓ ਨੇ ਕਿਹਾ ਕਿ ਵਿਦੇਸ਼ ਵਿਭਾਗ ਦੇ 1500 ਮੁਲਾਜ਼ਮ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਚੁੱਕੇ ਹਨ ਕਿ ਉਹਨਾਂ ਨੂੰ ਛਾਂਟੀ ਵਿੱਚ ਨਹੀਂ ਗਿਣਿਆ ਜਾ ਸਕਦਾ ਕਿ ਮਸਕ ਚਾਹੁੰਦੇ ਹਨ ਕਿ ਉਹ ਸਟਾਫ ਨੂੰ ਮੁੜ ਨੌਕਰੀ ਤੇ ਰੱਖਣ ਅਤੇ ਫਿਰ ਕੱਢਣ ਦਾ ਦਿਖਾਵਾ ਕੀਤਾ ਜਾਵੇ। ਵਿਦੇਸ਼ ਮੰਤਰੀ ਦੀ ਇਸ ਦਲੀਲ ਦਾ ਮਸਕ ਤੇ ਕੋਈ ਅਸਰ ਨਾ ਹੋਇਆ ਅਤੇ ਉਹਨਾਂ ਨੇ ਰੂਬੀਓ ਨੂੰ ਕਿਹਾ ਕਿ ਤੁਸੀਂ ਸਿਰਫ ਟੀਵੀ ਤੇ ਚੰਗੇ ਲੱਗਦੇ ਹੋ। ਦੋਹਾਂ ਵਿਚਾਲੇ ਬਹਿਸ ਹੋਰ ਤੇਜ਼ ਹੋਣ ਲੱਗੀ ਤੇ ਟਰੰਪ ਨੇ ਰੂਬੀਓ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ। ਭਾਰਤ ਦੇਸ਼ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ਨੂੰ ਰੋਕਣ ਲਈ ਭਾਰਤ ਸਰਕਾਰ ਸਖਤ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਇਸ ਸਿਲਸਿਲੇ 'ਚ 11 ਮਾਰਚ ਨੂੰ ਲੋਕ ਸਭਾ 'ਚ ਇਮੀਗ੍ਰੇਸ਼ਨ ਐਂਡ ਫੋਰਨਰਸ ਬਿੱਲ ਪੇਸ਼ ਕੀਤਾ ਗਿਆ ਸੀ, ਜਿਸ ਅਨੁਸਾਰ ਨਕਲੀ ਪਾਸਪੋਰਟ ਜਾਂ ਵੀਜ਼ੇ ਤੇ ਭਾਰਤ 'ਚ ਦਾਖਲ ਹੋਣ ਤੇ 7 ਸਾਲ ਤੱਕ ਦੀ ਜੇਲ੍ਹ ਤੇ 10 ਲੱਖ ਦਾ ਜੁਰਮਾਨਾ ਲਗਾਇਆ ਜਾਵੇਗਾ। ਇਹ ਬਿੱਲ 27 ਮਾਰਚ ਨੂੰ ਲੋਕ ਸਭਾ 'ਚ ਪਾਸ ਹੋ ਗਿਆ ਸੀ ਤੇ ਮਗਰੋਂ ਰਾਜ ਸਭਾ 'ਚ ਪੇਸ਼ ਕੀਤੇ ਜਾਣ ਮਗਰੋਂ 2 ਅਪ੍ਰੈਲ ਨੂੰ ਰਾਜ ਸਭਾ 'ਚ ਵੀ ਪਾਸ ਹੋ ਗਿਆ। ਇਸ ਬਿੱਲ ਦੇ ਕਾਨੂੰਨ ਬਣਦਿਆਂ ਹੀ ਹੁਣ ਨਕਲੀ ਪਾਸਪੋਰਟ ਜਾਂ ਵੀਜ਼ਾ ਤੇ ਭਾਰਤ 'ਚ ਦਾਖਲ ਹੋਣ, ਰਹਿਣ ਤੇ ਭਾਰਤ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ 7 ਸਾਲ ਤੱਕ ਦੀ ਕੈਦ ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਤੇ ਵੀ ਸਖਤ ਨਜ਼ਰ ਰੱਖੀ ਜਾਵੇਗੀ। ਸਾਰੇ ਹੋਟਲਾਂ, ਯੂਨੀਵਰਸਿਟੀਆਂ, ਹਸਪਤਾਲਾਂ ਤੇ ਹੋਰ ਵਿਦਿਅਕ ਸੰਸਥਾਵਾਂ 'ਚ ਰਹਿਣ ਤੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਜਾਣਕਾਰੀ ਮੁਹੱਈਆ ਕਰਵਾਉਣਾ ਵੀ ਸੰਸਥਾਨਾਂ ਲਈ ਜ਼ਰੂਰੀ ਹੋਵੇਗਾ ਤਾਂ ਜੋ ਉਹਨਾਂ ਵਿਦਿਆਰਥੀਆਂ ਤੇ ਨਜ਼ਰ ਰੱਖੀ ਜਾ ਸਕੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਬਰਖਾਸਤ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਮਾਮਲੇ ਤੋਂ ਜਾਣੂ ਅਧਿਕਾਰੀਆਂ ਨੇ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਸੱਜੇ ਪੱਖੀ ਕਾਰਕੁਨ ਲੋਰਾ ਲੂਮਰ ਵੱਲੋਂ ਉਹਨਾਂ ਨੂੰ ਉਸ ਸਟਾਫ ਨੂੰ ਹਟਾਉਣ ਦੀ ਅਪੀਲ ਕਰਨ ਤੋਂ ਥੋੜੀ ਦੇਰ ਬਾਅਦ ਆਇਆ ਜਿਸ ਨੂੰ ਉਹ ਮੇਕ ਅਮਰੀਕਾ ਗ੍ਰੇਟ ਅਗੇਨ ਏਜੰਡੇ ਲਈ ਕਾਫੀ ਵਚਨਬੱਧ ਨਹੀਂ ਸਮਝਦੀ ਸੀ। ਸੂਤਰਾਂ ਨੇ ਦੱਸਿਆ ਕਿ ਲੂਮਰ ਨੇ ਓਵਲ ਦਫ਼ਤਰ ਵਿੱਚ ਇੱਕ ਮੀਟਿੰਗ ਵਿੱਚ ਟਰੰਪ ਨੂੰ ਆਪਣਾ ਮੁਲਾਂਕਣ ਪੇਸ਼ ਕੀਤਾ ਅਤੇ ਬਰਖਾਸਤਗੀ ਲਈ ਆਪਣੇ ਤਰਕ ਦਿੱਤੇ। ਉਹਨਾਂ ਨੇ ਕਿਹਾ ਕਿ ਮੀਟਿੰਗ ਵਿੱਚ ਉਪ ਰਾਸ਼ਟਰਪਤੀ ਜੈਡੀ ਵੈਂਸ, ਚੀਫ ਆਫ ਸਟਾਫ ਸੂਜੀ ਵਿਲਸ,
ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਜ਼ ਅਤੇ ਰਾਸ਼ਟਰਪਤੀ ਪਰਸੋਨਲ ਦਫ਼ਤਰ ਦੇ ਡਾਇਰੈਕਟਰ ਸੈਰੀਓ ਗੋਰ ਸ਼ਾਮਲ ਹੋਏ। NSC ਦੇ ਬੁਲਾਰੇ ਬ੍ਰਾਇਨ ਹਿਊਜ਼ ਨੇ ਮੀਟਿੰਗ ਜਾਂ ਬਰਖਾਸਤਗੀ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਐਲਾਨ ਦੇ ਨਾਲ ਇੱਕ ਵਾਰ ਫਿਰ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। 2 ਅਪ੍ਰੈਲ ਦੀ ਰਾਤ ਨੂੰ ਵਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਉਸਨੇ 180 ਤੋਂ ਵੱਧ ਦੇਸ਼ਾਂ ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ, ਜੋ ਕਿ 9 ਅਪ੍ਰੈਲ ਤੋਂ ਲਾਗੂ ਹੋਵੇਗਾ। ਟਰੰਪ ਦਾ ਕਹਿਣਾ ਹੈ ਕਿ ਇਹ ਟੈਰਿਫ ਅਮਰੀਕਾ ਨੂੰ ਦੁਬਾਰਾ ਅਮੀਰ ਬਣਨ ਵਿੱਚ ਮਦਦ ਕਰਨਗੇ। ਹਾਲਾਂਕਿ ਇਸ ਰੈਸੀਪ੍ਰੋਕਲ ਟੈਰਿਫ ਸੂਚੀ ਵਿੱਚ ਇੱਕ ਅਜਿਹਾ ਨਾਮ ਵੀ ਸ਼ਾਮਲ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦਾ ਨਾਮ ਹਰਡ ਅਤੇ ਮੈਕਡੋਨਲਡ ਆਈਲੈਂਡ ਹੈ। ਟਰੰਪ ਨੇ ਇੱਥੇ 10% ਟੈਰਿਫ ਲਗਾਇਆ ਹੈ। ਅਸਲੀਅਤ ਵਿੱਚ ਇਹ ਇੱਕ ਅਜਿਹਾ ਉਜਾੜ ਇਲਾਕਾ ਹੈ ਜਿੱਥੇ ਦੂਰ-ਦੂਰ ਮਨੁੱਖਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਇੱਥੇ ਸਿਰਫ ਪੈਂਗੁਇਨ ਅਤੇ ਸੀਲ ਵਰਗੇ ਜੀਵ ਹੀ ਰਾਜ ਕਰਦੇ ਹਨ। ਪਰ ਟਰੰਪ ਵੱਲੋਂ ਅਜਿਹੇ ਟਾਪੂ ਤੇ ਟੈਰਿਫ ਲਗਾਉਣ ਕਾਰਨ ਲੋਕ ਗੁੱਸੇ ਵਿੱਚ ਹਨ। ਸੋ ਇਸ ਟਾਪੂ ਤੇ ਸਾਲ 2000 ਤੋਂ ਕੋਈ ਮਨੁੱਖ ਨਹੀਂ ਰਹਿ ਰਿਹਾ। ਇਸ ਟਾਪੂ ਨੂੰ 25 ਸਾਲ ਪਹਿਲਾਂ ਜ਼ੀਰੋ ਪੀਪਲ ਆਈਲੈਂਡ ਘੋਸ਼ਿਤ ਕੀਤਾ ਗਿਆ ਸੀ। ਅਜਿਹਾ ਨਹੀਂ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਗੱਲ ਤੋਂ ਜਾਣੂ ਨਹੀਂ ਹਨ। ਇਸ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਜਾਂ ਖੁਦ ਰਾਸ਼ਟਰਪਤੀ ਨੇ ਇਹ ਕਿਵੇਂ ਅਹਿਸਾਸ ਨਹੀਂ ਹੋਇਆ ਕਿ ਇਸ ਟਾਪੂ ਤੇ ਹੁਣ ਸਿਰਫ ਪੈਂਗੁਇਨ ਵਰਗੇ ਪੰਛੀ ਰਹਿੰਦੇ ਹਨ, ਇਨਸਾਨ ਨਹੀਂ। ਜੇ ਤੁਸੀਂ ਹਰਡ ਅਤੇ ਮੈਕਡੋਨਲਡ ਆਈਲੈਂਡ ਨੂੰ ਦੁਨੀਆ ਦੇ ਨਕਸ਼ੇ ਤੇ ਦੇਖੋਗੇ ਤਾਂ ਇਹ ਕਿਸੇ ਕੋਨੇ ਵਿੱਚ ਇੱਕ ਬਿੰਦੂ ਵਾਂਗ ਦਿਖਾਈ ਦੇਵੇਗਾ। ਇਹ ਛੋਟੀ ਜਿਹੀ ਧਰਤੀ ਹਿੰਦ ਮਹਾਸਾਗਰ ਵਿੱਚ ਸਥਿਤ ਹੈ। ਇਸ ਦਾ ਸਥਾਨ ਆਸਟ੍ਰੇਲੀਆ ਅਤੇ ਅਫਰੀਕਾ ਦੇ ਵਿਚਕਾਰ ਹੈ। ਆਸਟ੍ਰੇਲੀਆ ਦੇ ਪਰਥ ਸ਼ਹਿਰ ਤੋਂ 2 ਹਫ਼ਤਿਆਂ ਦੀ ਕਿਸ਼ਤੀ ਯਾਤਰਾ ਦੁਆਰਾ ਇੱਥੇ ਪਹੁੰਚਿਆ ਜਾ ਸਕਦਾ ਹੈ। ਇਸ ਵੇਲੇ ਇਸ ਟਾਪੂ ਤੇ ਕੋਈ ਮਨੁੱਖ ਨਹੀਂ ਰਹਿੰਦਾ ਅਤੇ ਇਹ ਸਿਰਫ ਪੈਂਗੁਇਨ ਪੰਛੀਆਂ ਦਾ ਘਰ ਹੈ। 368 ਵਰਗ ਕਿਲੋਮੀਟਰ ਦੇ ਇਸ ਖੇਤਰ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ, ਜਿਸ ਦੀ ਉਚਾਈ ਸਮੁੰਦਰ ਤਲ ਤੋਂ 2745 ਮੀਟਰ ਹੈ। ਸੋ ਵਾਈਟ ਹਾਊਸ ਦੇ ਇੱਕ ਅਧਿਕਾਰੀ ਦੇ ਅਨੁਸਾਰ ਇਸ ਅਨਆਬਾਦ ਟਾਪੂ ਤੇ ਟੈਰਿਫ ਲਗਾਏ ਗਏ ਹਨ ਕਿਉਂਕਿ ਇਹ ਆਸਟ੍ਰੇਲੀਆਈ ਖੇਤਰ ਵਿੱਚ ਆਉਂਦਾ ਹੈ। ਹਾਲਾਂਕਿ ਟੈਰਿਫ ਦੀ ਸੂਚੀ ਨੂੰ ਦੇਖਦੇ ਹੋਏ ਟਰੰਪ ਨੇ ਆਸਟ੍ਰੇਲੀਆ ਅਤੇ ਹਰਡ ਅਤੇ ਮੈਕਡੋਨਲਡ ਟਾਪੂਆਂ ਤੇ ਵੱਖਰੇ ਤੌਰ ਤੇ 10% ਦਾ ਟੈਰਿਫ ਲਗਾਇਆ ਹੈ। ਸੂਚੀ ਅਨੁਸਾਰ ਇਹ ਟਾਪੂ ਅਮਰੀਕਾ ਤੇ 10% ਟੈਰਿਫ ਲਗਾਉਂਦਾ ਹੈ, ਪਰ ਸੱਚਾਈ ਇਹ ਹੈ ਕਿ ਸਾਲ 2000 ਤੋਂ ਬਾਅਦ ਇਸ ਟਾਪੂ ਤੇ ਕੋਈ ਨਹੀਂ ਰਿਹਾ। ਸਪਸ਼ਟ ਤੌਰ ਤੇ ਇੱਥੇ ਕਿਸੇ ਵੀ ਤਰ੍ਹਾਂ ਦਾ ਵਪਾਰ ਨਹੀਂ ਹੁੰਦਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਉਕਤ ਟੈਰਿਫ ਲਈ ਟਰੰਪ ਦੀ ਆਲੋਚਨਾ ਕੀਤੀ। ਟਰੰਪ ਵੱਲੋਂ ਹਰਡ ਆਈਲੈਂਡ ਅਤੇ ਮੈਕਡੋਨਲਡ ਆਈਲੈਂਡ ਤੇ ਟੈਰਿਫ ਲਗਾਉਣ ਤੋਂ ਬਾਅਦ ਅਲਬਾਨੀਜ਼ ਨੇ ਜਵਾਬੀ ਹਮਲਾ ਕਰਦੇ ਕਿਹਾ ਕਿ ਇਸ ਗ੍ਰਹਿ ਤੇ ਕੋਈ ਵੀ ਸੁਰੱਖਿਅਤ ਨਹੀਂ ਹੈ। ਅਮਰੀਕਾ ਦੇ ਦੱਖਣ ਅਤੇ ਮੱਧ ਪੱਛਮੀ ਰਾਜਾਂ ਵਿੱਚ ਵਾਵਰੋਲਿਆਂ, ਭਾਰੀ ਮੀਂਹ ਅਤੇ ਹਨੇਰੀ ਨੇ ਕਹਿਰ ਢਾ ਦਿੱਤਾ, ਜਦਕਿ ਆਉਣ ਵਾਲੇ 24 ਘੰਟਿਆਂ ਦੌਰਾਨ ਹਾਲਾਤ ਹੋਰ ਬਦਤਰ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ। ਟੈਕਸਸ ਤੋਂ ਲੈ ਕੇ ਮਿਨੀਸੋਟਾ ਤੱਕ 9 ਕਰੋੜ ਲੋਕ ਮੌਸਮ ਦੇ ਮਾਰ ਹੇਠ ਦੱਸੇ ਜਾ ਰਹੇ ਹਨ ਅਤੇ ਬੁੱਧਵਾਰ ਸ਼ਾਮ ਹਜ਼ਾਰਾਂ ਘਰਾਂ ਦੀ ਬਿਜਲੀ ਵੀ ਗੁੱਲ ਰਹੀ। ਆਰਕਨਸਾ ਦੇ ਬਲਾਈਦਵਿਲ ਇਲਾਕੇ ਵਿੱਚ ਵਾਵਰੋਲੇ ਕਾਰਨ ਆਸਮਾਨ ਵਿੱਚ ਦੂਰ-ਦੂਰ ਤੱਕ ਮਲਬਾ ਉੱਡਦਾ ਨਜ਼ਰ ਆਇਆ ਅਤੇ ਕਈ ਘਰਾਂ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ। ਹੁਣ ਤੱਕ 2 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ। ਮੌਸਮ ਵਿਭਾਗ ਵੱਲੋਂ ਆਰਕਨਸਾ, ਇਲੀਨੋਏ, ਇੰਡੀਆਨਾ, ਮਜ਼ੂਰੀ ਅਤੇ ਮਿਸੀਸਿਪੀ ਵਿੱਚ ਦਰਜਨਾਂ ਵਾਵਰੋਲੇ ਆਉਣ ਦੀ ਚੇਤਾਵਨੀ ਦਿੱਤੀ ਗਈ ਸੀ। ਅਮਰੀਕਾ ਦੇ ਦੱਖਣ ਅਤੇ ਮੱਧ ਪੱਛਮੀ ਰਾਜਾਂ ਵਿੱਚ ਵਾਵਰੋਲਿਆਂ, ਭਾਰੀ ਮੀਂਹ ਅਤੇ ਹਨੇਰੀ ਨੇ ਕਹਿਰ ਢਾ ਦਿੱਤਾ ਹੈ, ਜਦਕਿ ਆਉਣ ਵਾਲੇ 24 ਘੰਟਿਆਂ ਦੌਰਾਨ ਹਾਲਤ ਹੋਰ ਖਰਾਬ ਹੋ ਸਕਦੇ ਨੇ। ਇਸ ਤੋਂ ਇਲਾਵਾ ਹੁਣ ਤੱਕ 2 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਅਤੇ ਇਸ ਤੋਂ ਇਲਾਵਾ ਇਲਾਕਿਆਂ ਅਤੇ ਮਜ਼ੂਰੀ ਦੇ ਦੱਖਣ ਪੂਰਬੀ ਇਲਾਕਿਆਂ ਵਿੱਚ ਲੱਖਾਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ, ਯਾਨੀ ਕਿ ਇਸ ਏਰੀਆ ਵਿੱਚ ਲੱਖਾਂ ਲੋਕ ਪ੍ਰਭਾਵਿਤ ਹੋ ਚੁੱਕੇ ਨੇ। ਸੋ ਤੁਹਾਨੂੰ ਦੱਸ ਦਈਏ ਕਿ ਸਟੋਰਮ ਪ੍ਰੈਡਿਕਸ਼ਨ ਸੈਂਟਰ ਵੱਲੋਂ EF3 ਤੀਬਰਤਾ ਵਾਲੇ ਵਾਵਰੋਲੇ ਆ ਸਕਦੇ ਹਨ, ਜਿਨ੍ਹਾਂ ਦਾ ਘੇਰਾ ਬਹੁਤ ਜ਼ਿਆਦਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ। ਇੰਡੀਆਨਾ ਸੂਬੇ ਵਿੱਚ ਭਾਰੀ ਮੀਂਹ ਦੌਰਾਨ ਸੜਕਾਂ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ ਅਤੇ ਕਈ ਥਾਵਾਂ ਤੇ ਪਾਣੀ ਦਾ ਪੱਧਰ ਗੱਡੀਆਂ ਦੇ ਸ਼ੀਸ਼ੇ ਤੱਕ ਪੁੱਜ ਗਿਆ। ਟੈਕਸਸ ਦੇ ਕੁਝ ਹਿੱਸਿਆਂ ਤੇ ਅਤੇ ਮਿਸੀਸਿਪੀ ਵੈਲੀ ਵਿੱਚ ਵੀ ਮੀਂਹ ਪੈਣ ਦੀ ਜਾਣਕਾਰੀ ਦਿੱਤੀ ਗਈ ਹੈ, ਭਵਿੱਖਬਾਣੀ ਕੀਤੀ ਗਈ ਹੈ, ਜਦਕਿ ਆਰਕਨਸਾ ਦੇ ਉੱਤਰ ਪੱਛਮੀ ਇਲਾਕਿਆਂ ਵਿੱਚ 15 ਇੰਚ ਤੱਕ ਬਾਰਿਸ਼ ਹੋ ਸਕਦੀ ਹੈ। ਉਧਰ ਕੈਂਟਕੀ ਅਤੇ ਇੰਡੀਆਨਾ ਦੇ ਕੁਝ ਇਲਾਕਿਆਂ ਵਿੱਚ ਹੜ੍ਹ ਆਉਣ ਦਾ ਖਦਸ਼ਾ ਵੀ ਜ਼ਾਹਰ ਕੀਤਾ ਗਿਆ ਹੈ। ਮਿਆਂਮਾਰ 'ਚ ਲਗਭਗ 1 ਹਫ਼ਤਾ ਪਹਿਲਾਂ ਆਏ ਜ਼ਬਰਦਸਤ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ 3085 ਤੱਕ ਪਹੁੰਚ ਗਈ। ਫੌਜੀ ਪ੍ਰਸ਼ਾਸਨ ਮੁਤਾਬਕ ਲਾਪਤਾ ਲੋਕਾਂ ਦੀ ਭਾਲ ਤੇ ਬਚਾਅ ਕਾਰਜਾਂ 'ਚ ਲੱਗੀਆਂ ਟੀਮਾਂ ਨੇ ਕਈ ਹੋਰ ਲਾਸ਼ਾਂ ਲੱਭੀਆਂ ਹਨ। ਦੂਜੇ ਪਾਸੇ ਦੇਸ਼ ਦੇ ਮੌਸਮ ਵਿਗਿਆਨ ਵਿਭਾਗ ਮੁਤਾਬਕ ਭੂਚਾਲ ਤੋਂ ਬਾਅਦ ਵੀਰਵਾਰ ਸਵੇਰ ਤੱਕ ਮਿਆਂਮਾਰ 'ਚ 2.8 ਤੋਂ 7.5 ਤੀਬਰਤਾ ਦੇ 66 ਝਟਕੇ ਮਹਿਸੂਸ ਕੀਤੇ ਗਏ।
म्यांमार च भूचाल नाल मरण वालियां दी गिनती 3000 तो ज्यादा हुई है। कुदरती आफत च 4715 लोग जख्मी हुए, 341 लोग अजे भी गायब दसे जा रहे हैं। म्यांमार च भूचाल नाल मरण वालियां दी गिनती 3000 है ਅਤੇ ਇਸ ਤੋਂ ਇਲਾਵਾ ਅੰਦਾਜ਼ੇ ਕਿ ਫੌਜ ਨੇ ਦੱਸਿਆ ਕਿ 4715 ਲੋਕ ਜ਼ਖਮੀ ਹਨ ਤੇ ਜਿਹੜੇ 341 ਲੋਕ ਗਾਇਬ ਹਨ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। म्यांमार ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੰਡਲੇ ਦੇ ਨੇੜੇ ਕੇਂਦਰ ਬਿੰਦੂ ਵਾਲੇ 7.7 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ। ਹਜ਼ਾਰਾਂ ਇਮਾਰਤਾਂ ਢਹਿ ਗਈਆਂ, ਸੜਕਾਂ ਤਬਾਹ ਹੋ ਗਈਆਂ ਤੇ ਕਈ ਖੇਤਰਾਂ 'ਚ ਪੁਲ ਟੁੱਟ ਗਏ। ਸਥਾਨਕ ਮੀਡੀਆ ਦੀ ਰਿਪੋਰਟਾਂ 'ਚ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਆંકੜਿਆਂ ਨਾਲੋਂ ਕਾਫੀ ਵੱਧ ਦੱਸੀ ਗਈ ਹੈ। दूरसंचार सेवावां रुक जाण कारण कई स्थानां तक पहुंचना मुश्किल हो गया है। एक खदशा प्रगटाया जा रहा है कि जिवें-जिवें होर जानकारी मिलेगी यह गिनती तेजी नाल वध सकदी है। विश्व सेहत संस्था ने कहा कि मुढले अंदाजे मुताबिक 4 हस्पताल ते एक सेहत केंद्र पूरी तरह तबाह हो गए हैं, जबकि होर 32 हस्पताल और 18 सेहत केंद्र अंशक तौर पर नुकसाने गए। ऑपरेशन ब्रह्मा तहत भारत गुआंढी देश की पूरी मदद कर रहा है। भारतीय फौज का एक फील्ड हस्पताल भी प्रभावित लोगों को मैडिकल सेवावां प्रदान कर रहा है। सोलापुर तो पीटीआई मुताबिक राष्ट्रपति भूचाल विज्ञान केंद्र मुताबिक वीरवार महाराष्ट्र के सोलापुर जिले के कुछ हिस्सों 2.6 तीव्रता का भूचाल आया। जिला अधिकारियों ने दस्सिया कि किसी के जानी नुकसान या जायदाद के नुकसान की कोई खबर सामने नहीं आई है। ਕੈਨੇਡਾ ਦੇ ਲਈ ਰਾਹਤ ਭਰੀ ਖਬਰ ਹੈ। ਅਮਰੀਕਨ ਸੈਨੇਟ ਨੇ 51-58 ਵੋਟਾਂ ਦੇ ਫਰਕ ਨਾਲ ਕੈਨੇਡਾ ਤੇ ਟੈਰਿਫ ਰੱਦ ਕਰ ਦਿੱਤੇ ਹਨ। ਸੋ ਰਾਤ ਇਹ ਟੈਰਿਫ ਰੱਦ ਕਰਨ ਦਾ ਪ੍ਰਸਤਾਵ ਵਰਜੀਨੀਆ ਤੋਂ ਡੈਮੋਕ੍ਰੈਟਿਕ ਸੈਨੇਟਰ ਟਿਮ ਕੇਨ ਨੇ ਲਿਆਂਦਾ ਸੀ, ਜਿਸ ਦਾ ਕੁਝ ਰਿਪਬਲਿਕਨ ਸੈਨੇਟਰ ਨੇ ਵੀ ਸਮਰਥਨ ਕੀਤਾ। ਵੈਸੇ ਰਾਸ਼ਟਰਪਤੀ ਟਰੰਪ ਕੋਲ ਤਾਕਤ ਹੈ ਇਸ ਨੂੰ ਵੀਟੋ ਕਰਨ ਦੀ, ਪਰ ਇੱਕ ਢੰਗ ਨਾਲ ਦਬਾਅ ਜ਼ਰੂਰ ਬਣਿਆ ਹੈ। ਪਰ ਪਿਛਲੇ ਕੁਝ ਮਹੀਨਿਆਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਟੈਰਿਫ ਦੇ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਖੋਰਾ ਲੱਗ ਸਕਦਾ ਹੈ। ਅਮਰੀਕੀ ਸਰਕਾਰ ਨੇ ਚੀਨ ਵਿੱਚ ਅਮਰੀਕੀ ਸਰਕਾਰੀ ਕਰਮਚਾਰੀਆਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਅਤੇ ਸੁਰੱਖਿਆ ਕਲੀਅਰੈਂਸ ਵਾਲੇ ਠੇਕੇਦਾਰਾਂ ਨੂੰ ਚੀਨੀ ਨਾਗਰਿਕਾਂ ਨਾਲ ਕਿਸੇ ਵੀ ਤਰ੍ਹਾਂ ਦੇ ਰੋਮਾਂਟਿਕ ਜਾਂ ਜਿਨਸੀ ਸਬੰਧ ਬਣਾਉਣ ਤੇ ਰੋਕ ਲਗਾ ਦਿੱਤੀ ਹੈ। ਐਸੋਸੀਏਟਿਡ ਪ੍ਰੈਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਹੈ। ਇਸ ਮਾਮਲੇ ਤੋਂ ਜਾਣੂ 4 ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਸ ਨੀਤੀ ਬਾਰੇ ਦੱਸਿਆ, ਜੋ ਕਿ ਜਨਵਰੀ ਵਿੱਚ ਅਮਰੀਕੀ ਰਾਜਦੂਤ ਨਿਕੋਲਸ ਬਰਨਸ ਦੇ ਚੀਨ ਛੱਡਣ ਤੋਂ ਥੋੜੀ ਦੇਰ ਪਹਿਲਾਂ ਲਾਗੂ ਕੀਤੀ ਗਈ ਸੀ। ਕੁਝ ਅਮਰੀਕੀ ਏਜੰਸੀਆਂ ਨੇ ਪਹਿਲਾਂ ਹੀ ਅਜਿਹੇ ਸਬੰਧਾਂ ਸੰਬੰਧੀ ਸਖਤ ਨਿਯਮ ਲਾਗੂ ਕੀਤੇ ਹਨ। ਹਾਲਾਂਕਿ ਦੂਜੇ ਦੇਸ਼ਾਂ ਵਿੱਚ ਅਮਰੀਕੀ ਡਿਪਲੋਮੈਟਾਂ ਲਈ ਸਥਾਨਕ ਲੋਕਾਂ ਨਾਲ ਡੇਟ ਕਰਨਾ ਅਤੇ ਇੱਥੋਂ ਤੱਕ ਕਿ ਵਿਆਹ ਕਰਨਾ ਕੋਈ ਅਸਾਧਾਰਨ ਗੱਲ ਨਹੀਂ ਹੈ। ਇਹ ਨੀਤੀ, ਜੋ ਕਿ ਪਿਛਲੇ ਗਰਮੀਆਂ ਵਿੱਚ ਸੀਮਿਤ ਰੂਪ ਵਿੱਚ ਲਾਗੂ ਕੀਤੀ ਗਈ ਸੀ, ਉਹਨੇ ਅਮਰੀਕੀ ਕਰਮਚਾਰੀਆਂ ਨੂੰ ਚੀਨ ਵਿੱਚ ਅਮਰੀਕੀ ਦੂਤਾਵਾਸ ਅਤੇ 5 ਕੰਸੂਲੇਟਸ ਵਿੱਚ ਗਾਰਡ ਅਤੇ ਹੋਰ ਸਹਾਇਕ ਸਟਾਫ ਵਜੋਂ ਕੰਮ ਕਰਨ ਵਾਲੇ ਚੀਨੀ ਨਾਗਰਿਕਾਂ ਨਾਲ ਰੋਮਾਂਟਿਕ ਅਤੇ ਜਿਨਸੀ ਸੰਬੰਧ ਬਣਾਉਣ ਤੇ ਰੋਕ ਦਿੱਤਾ ਸੀ। ਪਾਬੰਦੀ ਤੋਂ ਜਾਣੂ 2 ਲੋਕਾਂ ਨੇ ਏਪੀ ਨੂੰ ਦੱਸਿਆ ਕਿ ਨਵੀਂ ਨੀਤੀ ਤੇ ਪਹਿਲੀ ਵਾਰ ਪਿਛਲੀ ਗਰਮੀਆਂ ਵਿੱਚ ਚਰਚਾ ਕੀਤੀ ਗਈ ਸੀ। ਚੀਨ ਦੀ ਕਮਿਊਨਿਸਟ ਪਾਰਟੀ ਬਾਰੇ प्रतिनिधि सभा की चोन कमेटी ने टिप्पणी ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ। ਨਵੀਂ ਨੀਤੀ ਮੁੱਖ ਭੂਮੀ ਚੀਨ ਵਿੱਚ ਅਮਰੀਕੀ ਮਿਸ਼ਨਾਂ ਨੂੰ ਕਵਰ ਕਰਦੀ ਹੈ, ਜਿਸ ਵਿੱਚ ਬੀਜਿੰਗ ਵਿੱਚ ਦੂਤਾਵਾਸ ਅਤੇ ਗੁਆਂਗਜ਼ੂ, ਸ਼ੰਘਾਈ, ਸ਼ੇਨਯਾਂਗ ਅਤੇ ਵੁਹਾਨ ਵਿੱਚ ਕੰਸੂਲੇਟ ਸ਼ਾਮਲ ਹਨ। ਨਾਲ ਹੀ ਹਾਂਗਕਾਂਗ ਦੇ ਅਰਧ ਖੁਦਮੁਖਤਿਆਰ ਖੇਤਰ ਵਿੱਚ ਅਮਰੀਕੀ ਕੰਸੂਲੇਟ ਵੀ ਸ਼ਾਮਲ ਹਨ। ਇਹ ਚੀਨ ਤੋਂ ਬਾਹਰ ਤੈਨਾਤ ਅਮਰੀਕੀ ਕਰਮਚਾਰੀਆਂ ਤੇ ਲਾਗੂ ਨਹੀਂ ਹੁੰਦਾ। लंडन तो मुंबई आ रही वर्जिन एटलांटिक की उड़ान, जो कि 2 अप्रैल ਨੂੰ लंडन हीथरो हवाई अड्डे ਤੋਂ ਉੱਡੀ ਸੀ, ਤੁਰਕੀ ਦੇ ਦਿਆਰਬਾਕੀਰ ਹਵਾਈ ਅੱਡੇ ਉੱਤੇ ਡਾਕਟਰੀ ਐਮਰਜੈਂਸੀ ਕਾਰਨ ਲੈਂਡ ਕਰਨੀ ਪਈ। ਇੱਥੇ ਲੈਂਡ ਕਰਨ ਤੋਂ ਬਾਅਦ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਇਹ ਉਡਾਨ ਰੱਦ ਕਰ ਦਿੱਤੀ ਗਈ। ਨਤੀਜੇ ਵਜੋਂ ਜਹਾਜ਼ ਵਿੱਚ ਮੌਜੂਦ 260 ਤੋਂ ਵੱਧ ਯਾਤਰੀ ਪਹਿਲਾਂ ਜਹਾਜ਼ ਵਿੱਚ 5 ਘੰਟੇ ਬੈਠੇ ਰਹੇ, ਫਿਰ ਉਹਨਾਂ ਨੂੰ ਉਤਾਰ ਦਿੱਤਾ ਗਿਆ। यात्रियों ने दोष लाया कि वर्जिन एटलांटिक ने उन्हां दी कोई सहूलत नहीं की ਅਤੇ ना ही ਇਹ ਦੱਸਿਆ कि जहाज कदों मुंबई तक पहुंचेगा। बहुत सारे लोगों ने एयरलाइन ते अनगहली का दोष लगाया। यात्री सागर कोचर ने गल करदिया दस्सिया कि लैंडिंग तो बाद उसनूं 5 घंटे ਲਈ जहाज ਵਿੱਚ ਰੱਖਿਆ ਗਿਆ, ਉਹਨਾਂ ਨੂੰ ਫਿਰ ਉਤਾਰ ਦਿੱਤਾ ਗਿਆ क्योंकि जहाज ਵਿੱਚ तकनीकी समस्या आ गई ਸੀ। वर्जिन एटलांटिक ਦੇ ਬੁਲਾਰੇ ਨੇ ਕਿਹਾ, ਅਸੀਂ ਆਪਣੇ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾ ਲਈ ਸਾਰੇ ਲਾਜ਼ਮੀ ਕਦਮ ਚੁੱਕ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੇ ਮੰਜ਼ਿਲ ਮਕਾਮ ਤੱਕ ਪਹੁੰਚ ਸਕਣ। ਯਾਤਰੀਆਂ ਨੇ ਦੋਸ਼ ਲਗਾਇਆ ਕਿ 에ਅਰਲਾਈਨ ਨੇ ਉਹਨਾਂ ਦੀਆਂ ਮੁੱਢਲੀਆਂ ਸਹੂਲਤਾਂ ਦਾ ਵੀ ਧਿਆਨ ਨਹੀਂ ਰੱਖਿਆ। ਟਾਈਮਸ ਆਫ ਇੰਡੀਆ ਨੇ ਇੱਕ ਰਿਪੋਰਟ ਵਿੱਚ ਯਾਤਰੀ ਸਾਗਰ ਕੋਚਰ ਦੇ ਹਵਾਲੇ ਨਾਲ ਕਿਹਾ, ਲੈਂਡਿੰਗ ਤੋਂ ਬਾਅਦ ਉਹਨਾਂ ਨੂੰ 5 ਘੰਟੇ ਲਈ ਜਹਾਜ਼ ਵਿੱਚ ਰੱਖਿਆ ਗਿਆ ਸੀ ਤੇ ਫਿਰ ਜਹਾਜ਼ ਤੋਂ ਉਤਰਨ ਲਈ ਕਿਹਾ ਗਿਆ ਕਿਉਂਕਿ 에ਅਰਲਾਈਨ ਦੇ ਜਹਾਜ਼ ਵਿੱਚ ਤਕਨੀਕੀ ਸਮੱਸਿਆ ਠੀਕ ਕਰਨਾ ਪਿਆ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲਾਨੇ ਗਏ ਪਰਸਪਰ ਟੈਰਿਫ ਦਾ ਸਭ ਤੋਂ ਵੱਡਾ ਝਟਕਾ ਅਮਰੀਕਾ ਨੂੰ ਹੀ ਲੱਗ ਸਕਦਾ ਹੈ। ਇਸ ਨੀਤੀ ਕਾਰਨ ਅਮਰੀਕਾ ਦੀ ਅਰਥ ਵਿਵਸਥਾ ਮੰਦੀ ਵੱਲ ਵੱਧ ਸਕਦੀ ਹੈ, ਜਿਸ ਦਾ ਅਸਰ ਪੂਰੀ ਦੁਨੀਆ ਤੇ ਪਵੇਗਾ। ਇਸ ਤੋਂ ਇਲਾਵਾ ਇੱਕ ਰਿਸਰਚ ਦੇ ਸੰਸਥਾਪਕ ਅਤੇ ਮੁੱਖ ਅਰਥਸ਼ਾਸਤਰੀ ਨੇ ਇਸ ਬਾਰੇ ਕਿਹਾ ਤੇ ਉਹਨਾਂ ਦਾ ਮੰਨਣਾ ਹੈ ਕਿ ਅਮਰੀਕਾ 2025 ਦੇ ਅੰਤ ਤੱਕ ਮੰਦੀ ਦੇ ਦੌਰ ਵਿੱਚ ਜਾ ਸਕਦਾ ਹੈ। ਰੋਜ਼ਨਬਰਗ ਵਿਸ਼ਵ ਅਰਥਵਿਵਸਥਾ ਤੇ ਵਿੱਤੀ ਬਾਜ਼ਾਰਾਂ ਤੇ ਆਪਣੇ ਵਿਸ਼ਲੇਸ਼ਣ ਅਤੇ ਦ੍ਰਿਸ਼ਟੀਕੋਣ ਲਈ ਜਾਣੇ ਜਾਂਦੇ ਹਨ। ਉਹ ਮੈਰਿਲ ਲਿੰਚ ਦੇ ਮੁੱਖ ਅਰਥਸ਼ਾਸਤਰੀ ਰਹਿ ਚੁੱਕੇ ਹਨ। ਮਾਹਰਾਂ ਮੁਤਾਬਕ ਅਮਰੀਕੀ ਅਰਥਵਿਵਸਥਾ ਪਹਿਲਾਂ ਹੀ ਕਮਜ਼ੋਰ ਵਿਕਾਸ ਦਰ ਦਾ ਸਾਹਮਣਾ ਕਰ ਰਹੀ ਸੀ। ਸਿਰਫ 1 ਮਹੀਨਾ ਪਹਿਲਾਂ ਰੋਜ਼ਨਬਰਗ ਨੇ ਅੰਦਾਜ਼ਾ ਲਗਾਇਆ ਸੀ ਕਿ 2025 ਵਿੱਚ ਯੂਐਸ ਦੀ ਜੀਡੀਪੀ ਵਾਧਾ ਦਰ 1% ਤੋਂ ਘੱਟ ਹੋ ਸਕਦੀ ਹੈ। ਹੁਣ ਟਰੰਪ ਦੇ ਪਰਸਪਰ ਟੈਰਿਫ ਦੇ ਐਲਾਨ ਦੇ ਨਾਲ ਇਹ ਖਤਰਾ ਹੋਰ ਵੱਧ ਗਿਆ ਹੈ। ਜੇਕਰ ਕਿਸੇ ਦੇਸ਼ ਦੀ ਜੀਡੀਪੀ ਲਗਾਤਾਰ 2 ਤਿਮਾਹੀਆਂ ਵਿੱਚ ਡਿੱਗਦੀ ਹੈ ਤਾਂ ਇਸ ਨੂੰ ਮੰਦੀ ਵਿੱਚ ਮੰਨਿਆ ਜਾਂਦਾ ਹੈ। ਹੋਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਟੈਰਿਫ ਕਾਰਨ ਹੋਰ ਦੇਸ਼ ਵੀ ਅਮਰੀਕਾ ਤੇ ਜਵਾਬੀ ਡਿਊਟੀਆਂ ਲਗਾ ਸਕਦੇ ਹਨ, ਜਿਸ ਨਾਲ ਵਿਸ਼ਵ ਵਪਾਰ ਨੂੰ ਗੰਭੀਰ ਝਟਕਾ ਲੱਗੇਗਾ। ਅਮਰੀਕਾ ਦੇ ਵਪਾਰਕ ਭਾਈਵਾਲ ਚੀਨ, ਯੂਰਪ ਅਤੇ ਹੋਰ ਦੇਸ਼ ਵੀ ਜਵਾਬ ਵਿੱਚ ਨਵੇਂ ਟੈਰਿਫ ਅਤੇ ਵਪਾਰਕ ਪਾਬੰਦੀਆਂ ਲਗਾ ਸਕਦੇ ਹਨ। ਜੇਕਰ ਗਲੋਬਲ ਵਪਾਰ ਵਿੱਚ ਗਿਰਾਵਟ ਆਉਂਦੀ ਹੈ ਤਾਂ ਸਟਾਕ ਬਾਜ਼ਾਰਾਂ ਵਿੱਚ ਲੰਮੀ ਮੰਦੀ ਦੇਖੀ ਜਾ ਸਕਦੀ ਹੈ। ਹਾਲਾਂਕਿ ਇਹ ਟੈਰਿਫ ਅਮਰੀਕਾ ਨੂੰ ਆਯਾਤ ਡਿਊਟੀ ਦੇ ਰੂਪ ਵਿੱਚ ਵਾਧੂ ਮਾਲੀਆ ਪ੍ਰਦਾਨ ਕਰੇਗਾ। ਇਸ ਨਾਲ ਦੇਸ਼ ਵਿੱਚ ਮਹਿੰਗਾਈ ਵੀ ਵੱਧ ਸਕਦੀ ਹੈ। ਮਾਹਰਾਂ ਮੁਤਾਬਕ ਅਮਰੀਕਾ ਦੀ ਮੰਦੀ ਦੁਨੀਆ ਭਰ ਦੀਆਂ ਅਰਥਵਿਵਸਥਾ ਨੂੰ ਪ੍ਰਭਾਵਿਤ ਕਰੇਗੀ, ਪਰ ਭਾਰਤ ਨੂੰ ਇਸ ਦਾ ਸੀਮਿਤ ਝਟਕਾ ਲੱਗੇਗਾ। ਭਾਰਤ ਦੀ ਅਰਥਵਿਵਸਥਾ ਵਿੱਚ ਘਰੇਲੂ ਮੰਗ ਦੇ ਵੱਧ ਹਿੱਸੇ ਦੇ ਕਾਰਨ ਅਮਰੀਕਾ ਦੇ ਮੁਕਾਬਲੇ ਪ੍ਰਭਾਵ ਘੱਟ ਹੋਣ ਦੀ ਉਮੀਦ ਹੈ। ਅਮਰੀਕਾ ਦੀ ਜੀਡੀਪੀ 27 ਟ੍ਰਿਲੀਅਨ ਡਾਲਰ ਹੈ, ਜੋ ਭਾਰਤ ਨਾਲੋਂ ਲਗਭਗ 7 ਗੁਣਾ ਵੱਧ ਹੈ। ਅਜਿਹੇ ਤੇ ਜੇਕਰ ਅਮਰੀਕਾ ਮੰਦੀ 'ਚ ਜਾਂਦਾ ਹੈ ਤਾਂ ਇਹ ਗਲੋਬਲ ਬਾਜ਼ਾਰਾਂ ਲਈ ਬੁਰੀ ਖਬਰ ਹੋਵੇਗੀ। ਕੋਰੋਨਾ ਵਾਇਰਸ ਦੇ ਇੱਕ ਨਵਾਂ ਵਾਇਰਸ ਇੱਕ ਵਾਰ ਫਿਰ ਦੁਨੀਆ ਦਾ ਤਣਾਅ ਵਧਾ ਦਿੱਤਾ ਹੈ। ਨਵਾਂ ਵਾਇਰਸ ਚੁੱਪਚਾਪ ਦਸਤਕ ਦੇ ਰਿਹਾ ਹੈ, ਜਿਸ ਕਾਰਨ ਵਿਗਿਆਨੀ ਅਤੇ ਡਾਕਟਰੀ ਮਾਹਰ ਸੁਚੇਤ ਹੋ ਗਏ ਹਨ। ਇਹ ਨਵਾਂ ਵਾਇਰਸ ਆਸਟ੍ਰੇਲੀਆ ਦੇ ਕੁਝ ਸ਼ਹਿਰਾਂ ਵਿੱਚ ਪਾਇਆ ਗਿਆ, ਜੋ ਕਿ LP8.1 ਹੈ। ਰਿਪੋਰਟਾਂ ਅਨੁਸਾਰ ਆਸਟ੍ਰੇਲੀਆ ਵਿੱਚ ਇਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਨਿਊ ਸਾਊਥ ਵੇਲਜ਼ ਵਿੱਚ ਕੋਵਿਡ-19 ਦੇ 5 ਵਿੱਚੋਂ ਇੱਕ ਮਾਮਲੇ ਲਈ ਇਸ ਨਵੇਂ ਰੂਪ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਯੂਨਾਈਟਿਡ ਕਿੰਗਡਮ ਯਾਨੀ ਯੂਕੇ ਦੇ ਕੁਝ ਸ਼ਹਿਰਾਂ ਵਿੱਚ ਵੀ ਇਸ ਦੇ ਮਾਮਲੇ ਸਾਹਮਣੇ ਆਏ ਹਨ। ਸੋ ਅਜਿਹੀ ਸਥਿਤੀ ਦੇ ਵਿੱਚ ਨਵਾਂ ਵਾਇਰਸ ਕਿੰਨਾ ਖਤਰਨਾਕ ਹੈ ਅਤੇ ਕੀ ਇਸ ਬਾਰੇ ਚਿੰਤਾ ਕਰਨ ਦੀ ਲੋੜ ਹੈ, ਇਹ ਜਾਣਨਾ ਲੋਕਾਂ ਲਈ ਬਹੁਤ ਜ਼ਰੂਰੀ ਹੈ। ਕੋਵਿਡ ਦਾ ਨਵਾਂ ਵਾਇਰਸ ਗੁਆਂਢੀ ਦੇਸ਼ ਪਾਕਿਸਤਾਨ ਤੱਕ ਪਹੁੰਚ ਗਿਆ। ਖਬਰ ਹੈ ਕਿ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਰਿਪੋਰਟ ਦੇ ਅਨੁਸਾਰ ਕੋਵਿਡ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਜ਼ਰਦਾਰੀ ਆਈਸੋਲੇਸ਼ਨ ਵਿੱਚ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਅਤੇ ਬੁਖਾਰ ਹੋਣ ਤੋਂ ਬਾਅਦ ਕਰਾਚੀ ਦੇ ਇੱਕ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਇਨਫੈਕਸ਼ਨ ਦਾ ਪਤਾ ਲੱਗਿਆ। ਜ਼ਰਦਾਰੀ ਇਸ ਤੋਂ ਪਹਿਲਾਂ ਜੁਲਾਈ 2022 ਵਿੱਚ ਵੀ ਕੋਰੋਨਾ ਦਾ ਸ਼ਿਕਾਰ ਹੋਏ ਸਨ। ਹਾਲਾਂਕਿ ਇਹ ਪਤਾ ਨਹੀਂ ਹੈ ਕਿ ਉਹ ਕੋਰੋਨਾ ਦੇ ਕਿਸ ਰੂਪ ਦਾ ਸ਼ਿਕਾਰ ਹੋਏ ਹਨ। LP8.1 ਦਾ ਪਤਾ ਪਹਿਲੀ ਵਾਰ ਜੁਲਾਈ 2024 ਵਿੱਚ ਲੱਗਿਆ ਸੀ। ਵਿਗਿਆਨੀਆਂ ਨੇ ਉਦੋਂ ਕਿਹਾ ਸੀ ਕਿ ਉਹ ਓਮਿਕਰੋਨ ਦੇ KP113 ਦਾ ਇੱਕ ਉਪਰੂਪ ਹੈ, ਜਿਸ ਦੇ ਮਾਮਲੇ ਪਹਿਲਾਂ ਵੀ ਦੇਖੇ ਜਾ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਯਾਨੀ WHO ਦੇ ਅਨੁਸਾਰ LP8.1 ਨੂੰ ਜਨਵਰੀ 2025 ਵਿੱਚ ਨਿਗਰਾਨੀ ਅਧੀਨ ਰੂਪ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ। ਓਮਿਕਰੋਨ ਅਤੇ ਉਸਦੇ ਉਪ ਰੂਪ ਸਰੀਰ ਦੇ ਇਮਿਊਨਿਟੀ ਸ਼ਕਤੀ ਨੂੰ ਚਕਮਾ ਦੇ ਕੇ ਲੋਕਾਂ ਨੂੰ ਆਸਾਨੀ ਨਾਲ ਸੰਕਰਮਿਤ ਕਰਦੇ ਹਨ। ਹਾਲਾਂਕਿ ਓਮਿਕਰੋਨ ਨੂੰ ਗੰਭੀਰ ਬਿਮਾਰੀਆਂ ਫੈਲਾਉਣ ਵਾਲਾ ਨਹੀਂ ਮੰਨਿਆ ਜਾਂਦਾ। ਨਾਸਾ ਨੇ ਕਿਹਾ ਕਿ ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਦੇ ਸਾਲ ਮਈ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਜਾਣ ਦੀ ਸੰਭਾਵਨਾ ਹੈ। ਉਹ ਜੈਫ ਬੇਜੋਸ ਦੇ ਐਕਸੀਓਮ ਮਿਸ਼ਨ 4 ਰਾਹੀਂ ਪੁਲਾੜ ਵਿੱਚ ਜਾਣਗੇ। ਸੁਭਾਂਸ਼ੂ ਸ਼ੁਕਲਾ, ਜੋ ਇਸ ਸਮੇਂ ਭਾਰਤੀ ਹਵਾਈ ਸੈਨਾ ਵਿੱਚ ਇੱਕ ਅਧਿਕਾਰੀ ਵਜੋਂ ਸੇਵਾ ਨਿਭਾ ਰਹੇ ਹਨ, 1984 ਵਿੱਚ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਬਣ ਕੇ ਇਤਿਹਾਸ ਰਚਣਗੇ। ਲਗਭਗ 4 ਦਹਾਕਿਆਂ ਬਾਅਦ ਕੋਈ ਭਾਰਤੀ ਪੁਲਾੜ ਵਿੱਚ ਵਾਪਸ ਜਾਵੇਗਾ। ਉਹਨਾਂ ਦੇ ਨਾਲ ਨਾਸਾ ਦੇ ਸਾਬਕਾ ਪੁਲਾੜ ਯਾਤਰੀ ਅਤੇ ਮਿਸ਼ਨ ਕਮਾਂਡਰ ਪੈਗੀ ਵਿਟਸਨ, ਪੋਲੈਂਡ ਦੇ ਸਲਾਉਜ਼ ਅਤੇ ਹੰਗਰੀ ਦੇ ਟਿਬੋਰ ਕਾਪੂ ਵੀ ਜਾਣਗੇ। ਭਾਰਤੀ ਪੁਲਾੜ ਖੋਜ ਸੰਗਠਨ ਦੁਆਰਾ ਆਉਣ ਵਾਲੇ ਗਗਨਯਾਨ ਮਿਸ਼ਨ ਲਈ ਇੱਕ ਮੁੱਖ ਪੁਲਾੜ ਯਾਤਰੀ ਵਜੋਂ ਪਛਾਣ ਕੀਤੇ ਜਾਣ ਤੋਂ ਬਾਅਦ ਸੁਭਾਂਸ਼ੂ ਨੂੰ XCM4 ਲਈ ਚੁਣਿਆ ਗਿਆ ਸੀ। ਇਸ ਦੌਰਾਨ ਇਸਰੋ ਦਾ ਗਗਨਯਾਨ ਮਿਸ਼ਨ 3 ਪੁਲਾੜ ਯਾਤਰੀਆਂ ਨੂੰ 400 ਕਿਲੋਮੀਟਰ ਤੋਂ ਘੱਟ ਦੀ ਧਰਤੀ ਤੇ ਪੰਧ ਵਿੱਚ ਭੇਜੇਗਾ। ਇਸ ਮਿਸ਼ਨ ਲਈ ਇਸਰੋ, ਨਾਸਾ ਤੇ ਐਕਸੀਓਮ ਨਾਲ ਕੰਮ ਕਰੇਗਾ। ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਨੂੰ ਭਾਰਤ ਵੱਲੋਂ ਮਨੋਨੀਤ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਹੈ। ਜੇਕਰ ਕਿਸੇ ਕਾਰਨ ਕਰਕੇ ਸੁਭਾਂਸ਼ੂ ਸ਼ੁਕਲਾ ਯਾਤਰਾ ਕਰਨ ਵਿੱਚ ਅਸਮਰਥ ਹੈ ਤਾਂ ਨਾਇਰ XCM4 ਵਿੱਚ ਯਾਤਰਾ ਕਰੇਗਾ।
ਨਾਸਾ ਦੇ ਇਸਰੋ ਵਿਚਕਾਰ ਹੋਏ ਇੱਕ ਸਮਝੌਤੇ ਦੇ ਹਿੱਸੇ ਵਜੋਂ ਹਿਊਸਟਨ ਸਥਿਤ ਐਕਸੀਓਮ ਸਪੇਸ ਇੰਕ ਨੇ ਆਉਣ ਵਾਲੇ ਪੁਲਾੜ ਮਿਸ਼ਨ ਤੇ ਇੱਕ ਪੁਲਾੜ ਯਾਤਰੀ ਲਈ ਇੱਕ ਸੀਟ ਖਰੀਦੀ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।